सब तो बेहतरीन है कि इस चीज़ तो बचने वास्ते प्लास्टिक का पिंजरा पिंजरे को बाहर रखो, सर्फ नाल धो के वापस रखोगे, जरासीम तो फ्री हो गया मुकम्मल तौर पर। अगर एक पीस है नारा या मादा है जी जी ਉਹਦੇ ਵਾਸਤੇ ਤਕਰੀਬਨ ਕਿੰਨਾ ਪ੍ਰੈਫਰ ਹੁੰਦਾ ਕਿ देखो तकरीबन ब्रीडर जानवर ਜਿਹੜਾ ਨਾ ਤੁਹਾਡਾ ਉਹ 100 ਗ੍ਰਾਮ ਪਰ ਡੇ ਫੀਡ ਖਾਂਦਾ ਹੈ ਖੁਸ਼ਕ ਖੁਸ਼ਕ ਚਾਹੇ ਖੁਸ਼ਕ ਲੂਸਣ ਹੋਵੇ ਚਾਹੇ ਵੰਡਾ ਚਾਹੇ ਵੰਡਾ ਹੋਵੇ 100 ਗ੍ਰਾਮ ਦੀ ਉਸਦੀ ਕੈਪੈਸਿਟੀ ਹੈ। ਅੱਛਾ ਮਾਦਾ ਜਿਹੜੀ ਹੈ ਜਿਹਦੇ ਨਾਲ ਬੱਚੇ ਨੇ ਉਸ ਨੂੰ ਅਨਲਿਮਿਟਿਡ ਦਿੱਤਾ ਜਾਂਦਾ ਹੈ ਜਿੰਨੀ ਉਹ ਖਾ ਸਕਿਆ ਕਿਉਂਕਿ ਉਹ ਖੁਦ ਵੀ ਖਾਣਾ ਹੈ ਉਸ ਬੱਚਿਆਂ ਨੂੰ ਦੁੱਧ ਵੀ ਪਿਲਾਉਣਾ ਹੈ। ਉਹ 150 ਗ੍ਰਾਮ ਤੱਕ ਪੌਣੇ 200 ਗ੍ਰਾਮ ਤੱਕ ਵੀ ਜਾਂਦੀ ਹੈ। ਅਦਰਵਾਈਜ਼ ਜਿਹੜਾ ਬਾਕੀ ਆਮ ਰੂਟੀਨ ਦਾ ਜਾਨਵਰ ਹੈ ਉਸ ਨੂੰ 100 ਗ੍ਰਾਮ ਡੇਲੀ ਦਾ 100 ਗ੍ਰਾਮ ਡੇਲੀ ਪਾ ਲਵੋ ਜਾਂ ਇੱਕ ਤੁਸੀਂ ਪੈਮਾਨਾ ਰੱਖ ਲਵੋ। ਰਾਤ ਦੇ ਟਾਈਮ ਤੁਸੀਂ ਵੰਡਾ ਪਾਇਆ ਤੁਸੀਂ ਦੇਖ ਲੈ ਸੋ ਕਿ ਸੁਬਹ ਤੱਕ ਉਹਨੇ ਉਹ ਖਤਮ ਕੀਤਾ ਜਾਂ ਨਹੀਂ ਕੀਤਾ। ਠੀਕ ਹੈ ਜਿੰਨੀ ਉਸਦੀ ਜ਼ਰੂਰਤ ਹੋਏਗੀ ਉਤਨਾ ਖਾ ਲਏਗਾ। ਉਹ ਪੈਮਾਨਾ ਤੁਸੀਂ ਸੈੱਟ ਕਰ ਲਵੋ। ਉਸ ਦੇ ਹਿਸਾਬ ਨਾਲ ਰੋਜ਼ਾਨਾ ਰਾਤੀ ਤੁਸੀਂ ਪਾ ਦੇਣਾ, ਸੁਬਹ ਤੱਕ ਉਹ ਖਾ ਲਏਗਾ। ਠੀਕ ਹੈ ਨਾ। ਉਹ 1-2 ਦਿਨ ਵਿੱਚ ਤੁਹਾਨੂੰ ਸੈਟਿੰਗ ਹੋ ਜਾਏਗੀ ਕਿ ਹਾਂ ਮੇਰਾ ਕੱਪ ਹੈ ਇਹ ਇਤਨਾ ਮੈਂ ਪਾ ਰਿਹਾ, ਸੁਬਹ ਤੱਕ ਇਹਨੇ ਕਲੀਅਰ ਕਰ ਦਿੱਤਾ। ਉਸ ਦੀ ਤੁਸੀਂ ਰੂਟੀਨ ਲੈ ਕੇ ਚੱਲੋਗੇ ਤੇ ਉਹ ਬਿਹਤਰ ਹੋਵੇਗਾ ਸੀ। ਲੇਕਿਨ ਮਿਸਾਲ ਹੈ ਲੇਕਿਨ ਸਬਜ਼ ਚਾਰੇ ਵਿੱਚ ਇਹ ਰੂਟੀਨ ਨਹੀਂ ਹੁੰਦੀ ਕਿਉਂਕਿ ਸਬਜ਼ ਵਿੱਚ ਔਰ ਫਿਰ ਇਸ ਤੋਂ ਇਲਾਵਾ ਗਰਮੀ ਔਰ ਸਰਦੀ ਦਾ ਵੀ ਅਲੱਗ-ਅਲੱਗ ਸੀਕੁਐਂਸ ਹੈ। ਤੁਸੀਂ ਸਰਦੀ ਵਾਲੀ ਰੂਟੀਨ ਗਰਮੀ 'ਚ ਨਹੀਂ ਚਲਾ ਸਕਦੇ, ਗਰਮੀ ਵਾਲੀ ਰੂਟੀਨ ਸਰਦੀ 'ਚ ਨਹੀਂ ਚਲਾ ਸਕਦੇ। ਅੱਜ ਕੱਲ੍ਹ ਜਾਨਵਰ ਖੁਰਾਕ ਬਹੁਤ ਘਟਾ ਦੇਗਾ। ਜਿੱਥੇ 100 ਗ੍ਰਾਮ ਖਾਂਦਾ ਹੈ ਅੱਜ ਕੱਲ੍ਹ 40 ਗ੍ਰਾਮ 50 ਗ੍ਰਾਮ ਤੇ ਆ ਜਾਏਗਾ, 30 ਗ੍ਰਾਮ ਤੇ ਆ ਜਾਏਗਾ। ਨਾਲ ਤੁਸੀਂ ਮਲਟੀਵਾਈਟਾਮਿਨ ਚਲਾਓਗੇ ਤਾਂ ਉਸਦੀ ਬਾਡੀ ਦੀ ਜ਼ਰੂਰਤ ਪੂਰੀ ਹੋਏਗੀ। ਅਗਰ ਮਲਟੀਵਾਈਟਾਮਿਨ ਨਹੀਂ ਚਲਾਓਗੇ ਤਾਂ ਐਕਸਪਾਇਰੀ ਆਏਗੀ। और ਹੁਣ ਐਕਸਪਾਇਰੀ ਰੋਕਣ ਦਾ ਸਿਰਫ ਇੱਕੋ ਹੀ ਤਰੀਕਾ ਹੈ ਕਿ ਤੁਸੀਂ ਰੋਜ਼ਾਨਾ ਦੀ ਬੁਨਿਆਦ ਤੇ ਵਿਟਾਮਿਨ ਸੀ, ਵਿਟਾਮਿਨ ਪਲੱਸ ਇਲੈਕਟ੍ਰੋਲਾਈਟਸ ਇਹ ਲਾਜ਼ਮੀ ਉਸਦੇ ਖੁਰਾਕ ਦੇ ਅੰਦਰ ਪਾਣੀ ਦੇ ਅੰਦਰ ਮਿਕਸ ਕਰਕੇ ਉਹਨਾਂ ਨੂੰ ਇਸਤੇਮਾਲ ਕਰਾਇਆ ਕਰੋ। ਮੈਂ ਤੁਹਾਨੂੰ ਜਿਹੜੀਆਂ ਮੈਡੀਸਨ ਹੈ ਤੁਹਾਨੂੰ ਦੇ ਦੇਣਾ ਵਾ ਔਰ ਪਲੱਸ ਮੈਂ ਤੁਹਾਨੂੰ ਇੱਕ ਪੇਪਰ ਵੀ ਦੇ ਦੇਣਾ। ਉਸ ਪੇਪਰ ਦੇ ਉੱਤੇ ਲਿਖੀਆਂ ਹੋਈਆਂ ਨੇ। ਠੀਕ ਹੈ। ਉਸ ਤੇ ਰੂਟੀਨ ਨਾਲ ਤੁਸੀਂ ਹਰ 10 ਦਿਨ ਬਾਅਦ ਇਸਤੇਮਾਲ ਕਰਾਉਂਦੇ ਰਹੋ। ਗਰਮੀ ਵਿੱਚ ਜਾਨਵਰ ਸਿਰਫ ਮਲਟੀਵਾਈਟਾਮਿਨ ਦੇ ਜਿਹੜੇ ਸਿਰਪ ਦੇ ਰਹੇ ਨਾ ਉਸੇ ਨਾਲ ਹੀ ਬਚਾਇਆ ਜਾ ਸਕਦਾ ਹੈ। ਲੇਕਿਨ ਬਸ ਉਹਦੀ ਰੂਟੀਨ ਥੋੜੀ ਸਿੱਧੀ ਕਰ ਲਵਾਂ। ਔਰ ਐਲਰਜੀ ਵਾਸਤੇ ਲਾਜ਼ਮੀ ਆਪਣਾ ਇੰਜੈਕਸ਼ਨ ਲਾਓ ਹਰ 3 ਮਹੀਨੇ ਤੋਂ ਬਾਅਦ। ਜਿਹੜੀ ਮਾਤਾ ਪ੍ਰੈਗਨੈਂਟ ਹੈ ਉਸ ਨੂੰ ਨਹੀਂ ਲਾਣਾ। ਬਾਕੀ ਜਿਹੜੇ ਵੀ ਜਾਨਵਰ ਹਨ ਉਸ ਨੂੰ ਇੰਜੈਕਸ਼ਨ ਲੱਗ ਸੀ। ਔਰ ਜਿਨ੍ਹਾਂ ਦੇ ਪੈਰਾਂ ਦੇ ਥੱਲੇ ਬਿਮਾਰੀ ਹੈ ਸੋਰਾਕਸ ਇਸ ਵਾਸਤੇ ਕੱਟ ਸਪਰੇ ਮਿਲ ਜਾਂਦਾ ਆਸਾਨੀ ਨਾਲ ਆਮ ਸਟੋਰਾਂ ਤੋਂ। ਥੋੜਾ ਅੱਛੇ ਵਾਲਾ ਲੈ ਲਵੋ ਤੇ 4-5 ਦਿਨ 10 ਦਿਨ ਚ ਰਿਕਵਰ ਹੋ ਜਾਏ ਸੀ। ਕੱਟ ਸਪਰੇ ਜ਼ਖਮਾਂ ਵਾਸਤੇ ਕੋਈ ਵੀ ਹੈ ਜਾਂ ਸਪਿਰਿਟ ਲਾ ਸਕਦੇ ਹੋ ਤੁਸੀਂ ਉਸ ਨਾਲ ਵੀ ਹੋ ਜਾਏ ਸੀ। ਲੇਕਿਨ ਉਸ ਪਿੰਜਰੇ ਵਿੱਚ ਲੱਕੜੀ ਦਾ ਤਖਤਾ ਰੱਖਣਾ ਜ਼ਰੂਰੀ ਹੈ ਜਾਂ ਪਲਾਸਟਿਕ ਦੇ ਪਿੰਜਰੇ ਇਸਤੇਮਾਲ ਕਰੋ। ਸਭ ਤੋਂ ਬਿਹਤਰੀਨ ਹੈ ਕਿ ਇਸ ਚੀਜ਼ ਤੋਂ ਬਚਣ ਵਾਸਤੇ ਪਲਾਸਟਿਕ ਦਾ ਪਿੰਜਰਾ ਕਿਉਂਕਿ ਪਲਾਸਟਿਕ ਦਾ ਪਿੰਜਰਾ ਤੁਸੀਂ ਯੂਜ਼ ਕਰਦੇ ਹੋ ਜਿਸ ਵਕਤ ਵੀ ਕੋਈ ਹਲਕਾ ਫੁਲਕਾ ਮਸਲਾ ਹੈ ਪਿੰਜਰੇ ਨੂੰ ਬਾਹਰ ਰੱਖੋ, ਸਰਫ ਨਾਲ ਧੋ ਕੇ ਵਾਪਸ ਰੱਖੋਗੇ, ਜਰਾਸੀਮ ਤੋਂ ਫਰੀ ਹੋ ਗਿਆ ਮੁਕੰਮਲ ਤੌਰ ਤੇ। ਤੁਹਾਡਾ ਸਪਰੇਅ ਦਾ ਕੰਮ ਅੱਧਾ ਖਤਮ ਹੋ ਗਿਆ। ਲੋਹੇ ਦੇ ਪਿੰਜਰੇ ਨੂੰ ਤੁਸੀਂ ਧੋ ਨਹੀਂ ਸਕਦੇ ਤੇ ਤੁਹਾਡਾ ਹਰ ਹਫਤੇ ਦੇ ਹਫਤੇ ਸਪਰੇਅ ਮਾਰਨਾ ਤੁਹਾਡੇ ਵਾਸਤੇ ਜ਼ਰੂਰੀ ਹੈ। ਪਲਾਸਟਿਕ ਦੇ ਪਿੰਜਰੇ ਨੂੰ ਤਕਰੀਬਨ ਕਿੰਨੇ ਅਰਸੇ ਬਾਅਦ ਲਾਜ਼ਮੀ ਧੋਣਾ ਚਾਹੀਦਾ? ਅਵਲ ਤੇ ਉਸ ਨੂੰ ਧੋਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਅਗਰ ਕੋਈ ਡਿਜ਼ੀਜ਼ ਆ ਗਈ ਹੈ ਸਫਾਈ ਰੱਖੋ ਤੇ ਧੋਣ ਦੀ ਜ਼ਰੂਰਤ ਹੀ ਨਹੀਂ ਹੈ। ਅਗਰ ਡਿਜ਼ੀਜ਼ ਆ ਗਈ ਹੈ ਫਿਰ ਤੁਸੀਂ ਜਾਨਵਰ ਕੱਢ ਕੇ ਬਾਹਰ ਆ ਕੇ 10-15 ਮਿੰਟ ਲੱਗਦੇ ਨੇ ਅੱਛੇ ਤਰੀਕੇ ਨਾਲ ਧੋ ਕੇ ਸਾਫ਼ ਕਰਕੇ ਵਾਪਸ ਰੱਖ ਲਵੋ। ਸਾਡਾ ਇੱਕ ਹੋਰ ਹੈ ਕਿ ਛੋਟਾ ਭਾਈ ਹੈ ਉਹਨੂੰ ਜ਼ਰਾ ਸ਼ੌਕ ਹੈ ਤੇ ਉਹ ਜਾਨਵਰ ਪਿੰਜਰੇ ਚੋਂ ਬਾਹਰ ਕੱਢ ਕੇ ਕਈ ਵਾਰੀ ਛੱਤ ਤੇ ਛੱਡ ਦਿੰਦਾ। ਇਹ ਗਲਤ ਤਰੀਕਾ ਕਾਰ ਹੈ, ਨਹੀਂ ਕਰਨਾ ਚਾਹੀਦਾ। ਦੇਖੋ ਕੋਈ ਵੀ ਜਾਨਵਰ ਹੈ ਤੁਸੀਂ ਅਗਰ ਉਸ ਨੂੰ ਪਿੰਜਰੇ ਤੋਂ ਬਾਰ-ਬਾਰ ਬਾਹਰ ਕੱਢੋ ਉਹ ਸਟ੍ਰੈਸ ਲੈ ਸੀ, ਕਮਜ਼ੋਰ ਹੋ ਸੀ। ਖਰਗੋਸ਼ ਆਪਣੇ ਪਿੰਜਰੇ ਨੂੰ ਆਪਣਾ ਘਰ ਮੰਨ ਲੈਂਦਾ ਹੈ। ਤੁਸੀਂ ਉਹਨੂੰ ਉਸਦੇ ਘਰ ਚੋਂ ਕੱਢ ਕੇ ਉੱਥੇ ਰੱਖਦੇ ਹੋ ਤੇ ਉਹ ਥੋੜੀ ਦੇਰ ਉੱਥੇ ਫਿਰ ਉਸ ਨੂੰ ਘਰ ਮੰਨ ਲੈ ਸੀ। ਤੁਸੀਂ ਨੱਪ ਕੇ ਫਿਰ ਪਿੰਜਰੇ 'ਚ ਕਰ ਦਿੱਤਾ। ਉਹ ਟੈਨਸ਼ਨ ਵਿੱਚ ਰਿਹਾ ਸੀ ਕਿ ਭਾਈ ਇਹ ਮੇਰਾ ਨਾਲ ਕੀ ਬਣਾਇਆ, ਬਾਹਰ ਕੱਢ ਦੇ ਇਹ ਕੀ ਕਰਦੇ ਨੇ, ਕਦੀ ਬਾਹਰ ਕਦੀ ਅੰਦਰ, ਉਹਦੀ ਤਰਤੀਬ ਖਰਾਬ ਹੋ ਜਾਂਦੀ ਹੈ। ਪਿੰਜਰੇ ਵਾਲਾ ਜਾਨਵਰ ਹੈ ਮੁਕੰਮਲ ਪਿੰਜਰੇ 'ਚ ਰੱਖੋ। ਜਿਹੜਾ ਬਾਹਰ ਖੁੱਲਾ ਛੋੜਿਆ ਹੈ ਉਸ ਨੂੰ ਜਾਂ ਤਾਂ ਮੁਕੰਮਲ ਬਾਹਰ ਰੱਖੋ ਜਾਂ ਪਿੰਜਰੇ 'ਚ ਰੱਖੋ। ਬਾਹਰ ਰੱਖੋ ਤਾਂ ਜ਼ਿਆਦਾ ਬਿਮਾਰੀਆਂ ਪੈ ਸਨ। ਪਿੰਜਰੇ ਵਿੱਚ ਰੱਖਣਾ ਆਸਾਨ ਹੈ, ਮੈਨੇਜ ਕਰਨਾ ਆਸਾਨ ਹੈ। ਤੇ ਇਹ ਜਿਸ ਟਾਈਮ ਬਰੀਡ ਆਉਂਦੀ ਹੈ ਉਸ ਟਾਈਮ ਮਤਲਬ ਬਰੀਡ ਜ਼ਿਆਦਾ ਹੋ ਗਈ ਹੁਣ ਜਾਇਜ਼ ਕਿ ਇਤਨਾ ਸਫਰ ਹੈ ਬੰਦਾ 10-12 ਪੀਸ ਲੈ ਕੇ ਤਾਂ ਆ ਵੀ ਨਹੀਂ ਸਕਦਾ। ਇਸ ਤਰ੍ਹਾਂ ਹੀ ਤੇ ਉਹਨਾਂ ਨੂੰ ਵਕਤੀ ਤੌਰ ਤੇ ਅਗਰ ਅਸੀਂ ਥੱਲੇ ਕੋਈ ਸੈਟਅਪ ਬਣਾ ਲਈ ਵਿੱਚ ਮਿੱਟੀ ਛੱਡ ਦੀ, ਚਲੋ ਪੱਕੇ ਫਰਸ਼ ਤੇ ਬੰਦਾ ਨਾ ਰੱਖੇ ਔਰ ਲੋਹੇ ਦੇ ਪਿੰਜਰੇ ਵਿੱਚ ਵੀ ਨਾ ਰੱਖੇ, ਥੱਲੇ ਮਿੱਟੀ ਹੋਵੇ ਜਾਂ ਰੇਤ ਹੋਵੇ। ਮਿੱਟੀ ਵਾਲਾ ਕੰਮ ਕੋਈ ਵੀ ਕਰੋਗੇ ਤੁਸੀਂ ਅਗਰ ਜਾਨਵਰ ਨੂੰ ਤੋਂ 10-12 ਪੀਸ ਨੂੰ ਨਹੀਂ ਲੈ ਕੇ ਆ ਰਹੇ ਤੇ ਉਹਨਾਂ ਵਾਸਤੇ ਤੁਹਾਨੂੰ ਪਿੰਜਰਾ ਹੀ ਅਲੱਗਾ ਕਰਨਾ ਪਏਗਾ। ਜ਼ਮੀਨ ਤੇ ਤੁਸੀਂ ਰੱਖੋਗੇ ਤੇ ਜ਼ਮੀਨ ਤੇ ਤੁਹਾਡਾ 20 ਖਰਗੋਸ਼ ਰੱਖੇ ਨੇ 10 ਬਚਨ 10 ਮਰ ਗਏ ਸਨ ਗਰਮੀ ਬਿਮਾਰੀ ਦੀ ਵਜ੍ਹਾ ਤੋਂ। ਇਹ ਇਕੱਠੇ ਨਹੀਂ ਰਹਿੰਦੇ, ਇਕੱਠੇ ਰਹਿ ਸਕਦੇ ਨੇ ਲੇਕਿਨ ਜ਼ਮੀਨ ਤੇ ਆਪਣੀ ਪਿਸ਼ਾਬ ਵਿੱਚ ਬਿਮਾਰ ਹੋ ਜਾ ਸਨ। ਤੁਸੀਂ ਰੱਖੋ ਪਿੰਜਰਿਆਂ 4-4 ਪੀਸ ਰੱਖ ਲਵੋ।
एक खाने के अंदर 4 ਇੱਕ ਖਾਨੇ 'ਚ 4 ਪੀਸ ਰੱਖ ਲਵੋ, 5 ਰੱਖ ਲਵੋ, 3 ਰੱਖ ਲਵੋ, ਕੋਈ ਪਰੇਸ਼ਾਨੀ ਨਹੀਂ। ਛੋਟੇ ਬੱਚੇ ਨੂੰ ਰੱਖੋਗੇ ਜਿਸ ਵਕਤ ਉਹ ਤਕਰੀਬਨ 5 ਮਹੀਨੇ ਤੱਕ 4.5 ਮਹੀਨੇ ਤੱਕ ਆਪਸ ਵਿੱਚ ਲੜਾਈ ਨਹੀਂ ਕਰਦਾ, हर जगह ਨਰ ਹੈ ਜਾਂ ਮਾਦਾ ਕੋਈ ਵੀ ਹੈ। हाँ ਇੱਕ ਦਫਾ ਤੁਸੀਂ 4 ਪੀਸ ਰੱਖ ਦਿੱਤੇ ਨੇ, ਉਹਨਾਂ ਨੂੰ 4 ਮਹੀਨੇ 3 ਮਹੀਨੇ ਰੱਖੋ, ਜਿਸ ਵਕਤ ਵੇਖੋਗੇ ਉਹਨਾਂ ਚਵਾਂ ਵਿੱਚੋਂ ਕੋਈ ਇੱਕ ਪੀਸ ਲੜਾਈ ਕਰ ਰਿਹਾ ਉਸ ਨੂੰ ਪਕੜ ਕੇ ਲਾਦਾ ਕਰ ਦਿਓ, बाकी इकट्ठे ਬਾਕੀ ਇਕੱਠੇ ਰਹਿਣ, ਕੋਈ ਪਰੇਸ਼ਾਨੀ ਨਹੀਂ। ये एक दूसरे दे वाल नोचते हैं ਉਹਦਾ ਕੀ ਖੈਰ ਹੈ, ਵੈਸੇ ਜਾਨਵਰ ਜਿਹੜਾ ਵਾ ਜਿਸ ਵਕਤ ਉਸਨੂੰ ਕੋਈ ਮਲਟੀਵਾਈਟਾਮਿਨ ਜਾਂ ਕੋਈ ਜਿਸਮਾਨੀ ਤੌਰ ਤੇ ਕਮੀ ਹੋਏਗੀ ਉਹ ਚਟਦਾ ਰਹੇਗਾ, ਖਾਂਦਾ ਰਹੇਗਾ, ਉਹ ਕੋਈ ਬਿਮਾਰੀ ਨਹੀਂ, ਉਹ ਖੁਦ ਦੁਬਾਰਾ ਬਾਲ ਆ ਜਾਂਦੇ ਨੇ। ਸਾਡੇ ਕੋਲ ਇੱਕ ਮਾਦੀ ਐਕਸਪਾਇਰ ਹੋਈ ਹੈ, ਉਹਨੇ ਡਿਲੀਵਰ ਕੀਤਾ। ਡਿਲੀਵਰ ਤੋਂ ਬਾਅਦ ਉਹਦੇ ਜਿਹੜੇ ਆਪਣੇ ਵਾਲ ਹਨ ਨਾ ਪੇਟ ਤੋਂ ਸੀਨੇ ਤੋਂ ਜੀ ਉਹ ਮੁਸਲਸਲ ਉਖੜਦੀ ਰਹੀ ਹੈ। ਉਹਨੇ ਡਿਲੀਵਰ ਕਰਨ ਵਾਲਾ ਜਾਨਵਰ ਲਾਜ਼ਮੀ ਬਾਲ ਉਖਾੜਦਾ ਹੈ। वो तो खड़ता है ना सर, ठीक है, डिलीवर करने को मतलब है कि 15-20 दिन बच्चे आहिस्ता आहिस्ता बाहर आने शुरू हो गए ब्रीडिंग बॉक्स से। ठीक है, लेकिन उसके बावजूद उसने रूटीन अपनी वही रखी, कोई रोजाना परेशानी डेली बेसिस नहीं पे पट के रखी देखो गई। ਉਸ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਖਰਗੋਸ਼ ਮਾਦਾ ਜਿਹੜੀ ਹੈ ਨਾ ਉਹ ਮਾਂ ਦਾ ਕਿਰਦਾਰ ਅੱਲਾਹ ਪਾਕ ਨੇ ਉਸ ਦੇ ਅੰਦਰ ਇਸ ਰੱਖੀ ਹੈ ਕਿ ਜਿਸ ਵਕਤ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਮੈਨੂੰ ਠੰਡ ਲੱਗ ਰਹੀ ਹੈ ਉਹ ਆਪਣੇ ਬੱਚਿਆਂ ਸੇ ਸਭ ਤੋਂ ਪਹਿਲਾਂ ਕੇਅਰ ਕਰਨਾ ਸ਼ੁਰੂ ਕਰ ਦਿੰਦੀ ਹੈ। ਠੀਕ ਹੈ, ਮਹਿਸੂਸ ਖੁਦ ਕਰੇਗੀ ਲੇਕਿਨ ਬੱਚਿਆਂ ਨੂੰ ਵਾਸਤੇ ਆਪਣਾ ਕੰਬਲ ਬਣਾਉਣਾ ਸ਼ੁਰੂ ਕਰ ਦਿੰਦੀ ਹੈ। ਉਹ ਪਈ ਬਣਾਵੇ ਕੋਈ ਮਸਲਾ ਨਹੀਂ, ਉਹਦਾ ਕੋਈ ਇਸ਼ੂ ਨਹੀਂ। ਕੋਈ ਇਸ਼ੂ ਨਹੀਂ ਹੈ, ਉਹ ਕੇਅਰ ਕਰ ਰਹੀ ਹੈ। ਉਹ ਤੁਸੀਂ ਨਹੀਂ, ਉਹ ਹਰ ਮਾਦਾ ਨਹੀਂ ਕਰਦੀ ਲੇਕਿਨ ਜਿਹੜੀ ਮਾਦਾ ਅਗਰ ਕਰ ਰਹੀ ਹੈ ਉਸ ਵਿੱਚ ਕੋਈ ਨੁਕਸਾਨ ਵੀ ਨਹੀਂ ਹੈ। ਤੇ ਇਹ ਜਿਸ ਟਾਈਮ ਡਿਲੀਵਰ ਕਰਨ ਲੱਗੀ ਜੋ ਪਹੁੰਚੇ ਇੱਕ ਹਾਂਜੀ, ਪੰਜੇ ਛੰਜੇ ਮਾਰ ਕੇ ਆਪਣਾ ਘੋਂਸਲਾ ਬਣਾਏਗੀ। ਹੌਸਲਾ ਬਣਾਉਣ ਦੀ ਕੋਸ਼ਿਸ਼ ਕਰਦੀ। ਉਹਦੇ ਚ ਜਿਹੜਾ ਸਾਡੇ ਕੋਲ ਬਰੀਡਿੰਗ ਬਾਕਸ ਹੈ ਉਹਦੇ ਥੱਲੇ ਜਾਲੀ ਜਿਹੜੀ ਤੁਸੀਂ ਦੱਸੀ ਹੈ ਕਿ ਲਾਉਣੀ ਦਾ ਜੀ, ਜੀ। ਤੁਹਾਨੂੰ ਦੱਸਿਆ ਕਿ ਵਾਲ ਜਿਹੜੇ ਥੱਲੇ ਡਾਣ ਲੱਗ ਪਏ ਨੇ, ਬਿਲਕੁਲ ਉਹ ਜਾਲੀ ਲਾਈ ਉਹਦੇ ਜਿਸ ਟਾਈਮ ਉਹਨਾਂ ਖੋਜਣਾ ਸ਼ੁਰੂ ਕੀਤਾ ਅੱਗੋਂ ਉਹਨਾਂ ਨੇ ਜਿਹੜੇ ਨਾਖਨ ਫਸਦੇ ਨੇ ਵਿੱਚ ਉਸ ਟਾਈਮ ਨਾਖਨ ਟੁੱਟ ਜਾਂਦਾ। ਜਾਲੀ ਇਸਤੇਮਾਲ ਕਰਸੋ ਨਾ ਜਿਹੜੇ ਪੰਜੇ ਮਾਰਸੀ ਨਾ ਜਾਲੀ ਫਟ ਜੈਸੀ ਇਹ ਜਾਲੀ ਫਟ ਵੇ ਤਾਂ ਪੰਜਾ ਉਸ ਦਾ ਨੁਕਸਾਨ ਹੁੰਦਾ ਹੈ। ਅੱਛਾ ਤੁਸੀਂ ਹੁਣ ਜਿਹੜੇ ਅਸੀਂ ਬਰੀਡਿੰਗ ਬਾਕਸ ਤੁਹਾਨੂੰ ਦਿਖਾ ਵੀ ਦਿੰਦੇ ਆ, ਠੀਕ ਹੈ। ਥੋੜੀ ਜੀ ਮੋਟੀ ਤੈ ਵਾਲੀ ਜਾਲੀ ਇਸਤੇਮਾਲ ਕਰੋਗੇ, ਬਲਕਿ ਅਸੀਂ ਤੁਹਾਡਾ ਇਹ ਮਸਲਾ ਵੀ ਇਨਸ਼ਾਅੱਲਾ ਹੱਲ ਹੋ ਜਾਏਗਾ। ਨੈਕਸਟ ਬਰੀਡਿੰਗ ਸੀਜ਼ਨ ਵਿੱਚ ਅਸੀਂ ਇੰਪੋਰਟ ਕਰ ਰਹੇ ਹਾਂ ਪਲਾਸਟਿਕ ਦਾ ਬਰੀਡਿੰਗ ਬਾਕਸ ਵੀ ਸਾਡੀ ਨਈ ਪ੍ਰੋਡਕਟ ਹੈ। ਉਸ ਵਿੱਚ ਪੂਰੇ ਪਾਕਿਸਤਾਨ ਵਿੱਚ ਲੱਕੜੀ ਦੇ ਜਿਹੜੇ ਬਰਤਨ ਹਨ ਇਹਨਾਂ ਦਾ ਮਸਲਾ ਵੀ ਹੱਲ ਹੋ ਜਾਏਗਾ। ਲੇਕਿਨ ਅਗਰ ਕੋਈ ਲੱਕੜੀ ਦਾ ਬਰਤਨ ਇਸਤੇਮਾਲ ਕਰਦਾ ਵੀ ਹੈ ਬਰੀਡਿੰਗ ਬਾਕਸ, ਥੱਲੇ ਜਿਹੜੀ ਜਾਲੀ ਲਾਣੀ ਹੈ ਉਹ ਅੱਧਾ ਇੰਚ ਬਾਏ ਅੱਧਾ ਇੰਚ ਉਸਦਾ ਸੁਰਾਖ ਹੋਵੇ ਔਰ ਉਸਦੀ ਮੋਟਾਈ ਜਿਹੜੀ ਹੈ ਤਕਰੀਬਨ 18 ਗੇਜ 18 ਗੇਜ ਦੀ 19 ਗੇਜ ਦੀ ਮੋਟੀ ਜਾਲੀ ਜਿਸ ਨੂੰ ਪੰਜੇ ਮਾਰ ਕੇ ਉਹ ਤੋੜ ਨਾ ਸਕੇ, ਤੋੜ ਨਾ ਸਕੇ, ਉਹ ਜਾਲੀ ਤੁਹਾਡੀ ਕਾਮਯਾਬ ਹੈ। ਅਦਰਵਾਈਜ਼ ਬਾਰੀਕ ਜਾਲੀ ਕੋਈ ਵੀ ਇਸਤੇਮਾਲ ਕਰ ਸਕਦੇ ਹੋ, ਜਾਲੀ ਤੁਹਾਡੀ ਜਿਹੜੀ ਹੈ ਡਿਸਟਰਬ ਹੋ